ਡੰਡਾਉਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ। ਢੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਵਾਹਿਗੁਰੂ ਸਾਹਿਬ ਜੀ ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨ ਮਨ ਕੋ ਮਾਨ। ਦੁਰਮਤ ਸਿਉ ਨਾਨਕ ਫਦਿਓ, ਰਾਖ ਲਿਹੋ ਭਗਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 33 ਸ਼ਲੋਕਾਂ ਦੀ ਵਿਚਾਰ ਆਪਾਂ ਸਰਵਣ ਕਰ ਚੁੱਕੇ ਹਾਂ। ਅੱਜ ਸ਼ਲੋਕ ਨੰਬਰ 34 ਦੀ ਵਿਚਾਰ ਕਰਾਂਗੇ। ਪਾਠ ਆਪ ਜੀਆਂ ਨੇ ਸਰਵਣ ਕੀਤਾ। ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ। ਮੈਂ ਬਥੇਰੇ ਯਤਨ ਕਰ ਬੈਠਾ ਹਾਂ, ਪਰ ਮਨ ਦਾ ਮਾਣ ਨਹੀਂ ਮੁੱਕਿਆ। ਦੁਰਮਤ ਸਿਉ ਨਾਨਕ ਫਦਿਓ, ਰਾਖ ਲਿਹੋ ਭਗਵਾਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਸਾਹਿਬ ਦੀ ਮੋਹਰ ਲਾ ਕੇ ਆਖ ਰਹੇ ਨੇ, ਆਖ ਨਾਨਕ ਖੋਟੀ ਮੱਤ ਵਿੱਚ ਫਸਿਆ ਹੈ, ਹੇ ਭਗਵਾਨ ਮੈਨੂੰ ਬਚਾ ਲਵੋ। ਇਸ ਸ਼ਲੋਕ ਵਿੱਚ ਬੜੀ ਬਰੀਕੀ ਨਾਲ ਸਮਝਣ ਵਾਲੀ ਗੱਲ ਹੈ। ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਹਰੇਕ ਗੁਰੂ ਨੇ ਜਿਹੜੀ ਮੋਹਰ ਹੈ ਉਹ ਗੁਰੂ ਨਾਨਕ ਸਾਹਿਬ ਦੀ ਲਾਈ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਮਾਲਿਕ ਤੇ ਰੱਬ ਨੇ, ਪਰਮਾਤਮਾ ਦਾ ਸਰਗੁਣ ਸਰੂਪ ਨੇ। ਗੁਰੂ ਨਾਨਕ ਪਾਤਸ਼ਾਹ ਕਿਸੇ ਵੀ ਖੋਟੀ ਮੱਤ ਵਿੱਚ ਨਹੀਂ ਫਸੇ ਹੋਏ। ਖੋਟੀ ਮੱਤ ਵਿੱਚ ਫਸੇ ਹੋਏ ਹਾਂ ਅਤੇ ਅਸੀਂ ਜੀਵ ਫਸੇ ਹੋਏ ਹਾਂ। ਗੱਲ ਗੁਰੂ ਪਾਤਸ਼ਾਹ ਮਾਲਿਕ ਦਾ ਸਮਝਾਉਣ ਦਾ ਇੱਕ ਤਰੀਕਾ ਹੈ ਕਿ ਗੱਲ ਆਪਣੇ ਆਪ ਤੋਂ ਸ਼ੁਰੂ ਕਰਨੀ ਹੈ। ਸਮਝਾਉਣਾ ਸਾਨੂੰ ਜੀਵਾਂ ਨੂੰ ਆ। ਬੜੀ ਬਰੀਕੀ ਦੀ ਗੱਲ ਹੈ। ਜੇ ਕਿਤੇ ਓਪਰੀ ਨਜ਼ਰ ਦੇ ਨਾਲ ਵੇਖੀਏ ਨਾ ਇਸ ਸ਼ਲੋਕ ਦੇ ਅਰਥਾਂ ਨੂੰ, ਤਾਂ ਇੰਝ ਲੱਗੇਗਾ ਕਿ ਜਿਵੇਂ ਗੁਰੂ ਸਾਹਿਬ ਕੋਈ ਆਪਣੀ ਅਸਮਰੱਥਾ ਜ਼ਾਹਰ ਕਰ ਰਹੇ ਹਨ ਕਿ ਮੈਂ ਬਹੁਤ ਉਪਰਾਲੇ ਕੀਤੇ ਹਨ, ਪਰ ਮਨ ਦਾ ਮਾਣ ਨਹੀਂ ਮੁੱਕਿਆ, ਇਸ ਲਈ ਮੈਂ ਦੁਰਮਤ ਵਿੱਚ ਫਸਿਆ ਪਿਆ ਹਾਂ, ਭਗਵਾਨ ਮੈਨੂੰ ਰੱਖ ਲਓ। ਅਸਲ ਵਿੱਚ ਓਪਰੀ ਨਿਗਾਹ ਨਾਲ ਵੇਖਾਂਗੇ ਤੇ ਲੱਗਣਗੇ ਕਿ ਅਰਥ ਇੰਝ ਨੇ, ਪਰ ਖਿਆਲ ਕਰਨਾ ਗੁਰੂ ਆਪਣੇ ਤੋਂ ਗੱਲ ਸ਼ੁਰੂ ਕਰਕੇ ਆਪਣੇ ਆਪ ਨੂੰ ਸੰਬੋਧਨ ਕਰਕੇ ਗੱਲ ਕਰਦੇ ਨੇ, ਬਾਣੀ ਉਚਾਰਦੇ ਨੇ। ਸਤਿਗੁਰੂ ਪਾਤਸ਼ਾਹ ਮਾਲਿਕ ਆਪਣੇ ਮਨ ਤੋਂ ਸੰਬੋਧਨ ਕਰਕੇ ਸਾਨੂੰ ਜੀਵਾਂ ਨੂੰ ਸਮਝਾਉਂਦੇ ਨੇ। ਰੱਬੀ ਬਾਣੀ ਧੁਰ ਕੀ ਬਾਣੀ ਰਾਹੀਂ ਸਤਿਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਿ ਜੀਵ ਫਸਿਆ ਹੋਇਆ। ਹੁਣ ਅਸਲ ਗੱਲ ਜਿਹੜੀ ਹੈ ਨਾ ਬੜੀ ਗਹਿਰੀ ਆ ਕਿ ਇਹ ਜਿੰਨੇ ਵੀ ਬੰਦੇ ਧਰਮ ਦੇ ਰਸਤੇ 'ਤੇ ਚੱਲਦੇ ਨੇ, ਚੱਲਣ ਦਾ ਯਤਨ ਕਰਦੇ ਨੇ, ਅਤੇ ਹੁੰਦਾ ਕੀ ਹੈ ਕਿ ਉਹ ਜਿੱਥੇ ਆਣ ਕੇ ਆਪਣੀ ਹਉਮੈ ਆ ਜਾਂਦੀ ਹਨ ਕਿ ਮੈਂ ਕੀਤਾ, ਉੱਥੇ ਆਣ ਕੇ ਉਹ ਬੜੀ ਵੱਡੀ ਰੁਕਾਵਟ ਬਣ ਜਾਂਦੇ ਆ। ਖਿਆਲ ਕਰਨਾ, ਗੁਰਦੁਆਰੇ ਜਾ ਕੇ ਬੰਦੇ ਦੀ ਹਉਮੈ ਦੂਰ ਹੋ ਸਕਦੀ ਹੈ, ਬੰਦੇ ਦਾ ਹੰਕਾਰ ਦੂਰ ਹੋ ਸਕਦਾ ਹੈ। ਪਰ ਜਿਸ ਬੰਦੇ ਨੂੰ ਕਿਤੇ ਇਸ ਗੱਲ ਦੀ ਹਉਮੈ ਹੋ ਜਾਵੇ, ਇਸ ਗੱਲ ਦਾ ਹੰਕਾਰ ਹੋ ਜਾਵੇ ਕਿ ਮੈਂ ਬੜਾ ਧਰਮੀ ਹਾਂ, ਮੈਂ ਬੜਾ ਗੁਰਦੁਆਰੇ ਆਉਣਾ ਹੈ, ਮੈਂ ਬੜੀ ਬਾਣੀ ਪੜ੍ਹਦਾ, ਜਿਹਨੂੰ ਇਹ ਧਾਰਮਿਕ ਹਉਮੈ ਹੋ ਜਾਵੇ, ਧਾਰਮਿਕ ਹੰਕਾਰ ਹੋ ਜਾਵੇ, ਉਹ ਕਿਤਿਓਂ ਵੀ ਦੂਰ ਨਹੀਂ ਹੋ ਸਕਦਾ। ਸਤਿਗੁਰੂ ਪਾਤਸ਼ਾਹ ਮਾਲਿਕ ਸਾਨੂੰ ਬੜੀ ਬਰੀਕੀ ਵਾਲੀ ਗੱਲ ਸਮਝਾ ਰਹੇ ਨੇ ਕਿ ਗੁਰੂ ਦੇ ਅੱਗੇ ਅਰਦਾਸ ਕਰਨੀ ਆ ਕਿ ਮੇਰੇ ਆਪਣੇ ਯਤਨ ਕੁਝ ਵੀ ਨਹੀਂ ਗਏ, ਮੈਨੂੰ ਇਹ ਪਰਮਾਤਮਾ ਰੱਖ ਲਾ। ਖਿਆਲ ਕਰਨਾ, ਧੰਨ ਗੁਰੂ ਸਾਹਿਬ, ਧੰਨ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਵਿੱਚ ਵੇਖੋ ਕਿੰਨੀ ਨਿਮਰਤਾ, ਵੇਖੋ ਉਹਨਾਂ ਦੀ ਬਾਣੀ ਵਿੱਚ। ਆਪ ਬੜਾ ਉਹਨਾਂ ਦਾ ਉਹ ਰੱਬ ਨੇ, ਪਰ ਵੇਖੋ ਨਿਮਰਤਾ। ਨਾ ਹਉ ਜਤੀ ਸਤੀ ਨਹੀਂ ਪੜ੍ਹਿਆ, ਮੂਰਖ ਮੁਗਧਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀਂ ਵਿਸਰਿਆ। ਧੰਨ ਗੁਰੂ ਅਰਜਨ ਸਾਹਿਬ ਮਾਰਗ ਦੀ ਬਾਣੀ ਆ ਸਾਨੂੰ ਜਵਾਨੀ ਯਾਦ ਹੈ ਅਤੇ ਰੋਜ਼ ਅਸੀਂ ਸਰਵਣ ਕਰਦੇ ਹਾਂ ਜਾਂ ਪੜ੍ਹਦੇ ਹਾਂ। ਕਿੰਨੀ ਨਿਮਰਤਾ ਦੇਖੋ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸ਼ਰਮਾ। ਧੰਨ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਦੀ ਨਿਮਰਤਾ ਹੈ
ਕਿ ਐ ਪ੍ਰਮਾਤਮਾ ਮੇਰਾ ਸਾਰਾ ਕੁਝ ਹੀ ਤੂੰ ਹੈ, ਮੈਂ ਤੇਰੇ ਅੱਗੇ ਹੀ ਅਰਦਾਸ ਕਰਦਾ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਂ ਨਾਹੀਂ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਗੁਰੂ ਸੱਚੇ ਪਾਤਸ਼ਾਹ ਮਾਲਕ ਧੰਨ ਗੁਰੂ ਅਰਜਨ ਸਾਹਿਬ ਮਾਲਕ ਕਿਰਪਾ ਕਰਕੇ ਸਮਝਾਉਂਦੇ ਨੇ ਸਾਨੂੰ ਕਿ ਉਹ ਰੱਬ ਜੇ ਕਿਰਪਾ ਕਰੇ ਤਾਂ ਹੀ ਪਾਰ ਉਤਾਰਾ ਹੋ ਸਕਦਾ ਵਾ। ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੇ। ਕਿ ਉਹਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ। ਭਾਵੇਂ ਬੰਦਾ ਜਿੰਨਾ ਮਰਜ਼ੀ ਜਪ ਤਪ ਸਿਮਰਨ ਬੰਦਗੀ ਚੰਗੇ ਕੰਮ ਕਰਦਾ ਹੈ, ਪਰ ਹਉਮੈ ਤੋਂ ਬਚ ਕੇ ਰਹਿਣਾ ਚਾਹੀਦਾ। ਖਿਆਲ ਕਰਨਾ ਹਉਮੈ ਪੈਦਾ ਕਿੱਥੋਂ ਹੁੰਦੀ ਆ ਕਿ ਜਦੋਂ ਮੈਨੂੰ ਲੋਕੀ ਵੇਖਦੇ ਆ ਕਿ ਇਹ ਬੜਾ ਧਰਮੀ ਆ ਜੀ, ਇਹ ਬੜਾ ਪਾਠ ਕਰਦਾ, ਇਹ ਬੜਾ ਜਪ ਕਰਦਾ, ਇਹ ਬੜਾ ਤਪ ਕਰਦਾ, ਇਹ ਬੜਾ ਸਿਮਰਨ ਕਰਦਾ, ਇਹ ਬੜੇ ਲੰਗਰ ਲਾਉਂਦਾ ਹੈ, ਤੇ ਉਹ ਫਿਰ ਹਉਮੈ ਦੇ ਅਧੀਨ ਹੋ ਕੇ ਬੰਦਾ ਸੱਚਮੁੱਚ ਧਾਰਮਿਕ ਕਰਮ ਵੀ ਕਰਦਾ ਹੈ ਕਿ ਮੇਰੀ ਹਉਮੈ ਨੂੰ ਪੱਠੇ ਪੈਂਦੇ ਰਹਿਣ। ਹਉਮੈ ਕਦੋਂ ਖਤਮ ਹੁੰਦੀ ਹੈ? ਜਦੋਂ ਕਰਕੇ ਬੰਦਾ ਆਖੇ ਮੈਂ ਕੁਝ ਵੀ ਨਹੀਂ ਕੀਤਾ, ਮੈਂ ਕੁਝ ਵੀ ਨਹੀਂ ਕੀਤਾ। ਅਸੀਂ ਪੜ੍ਹਦੇ ਹਾਂ, ਅਸੀਂ ਵੇਖਦੇ ਹਾਂ, ਵੇਖਦੇ ਕੀ ਹਾਂ? ਵੇਖਦੇ ਹਾਂ ਗੁਰਦੁਆਰਿਆਂ ਸਾਹਿਬਾਂ ਦੇ ਵਿੱਚ ਕੀ ਲਿਖਿਆ ਹੁੰਦਾ ਵਾ, ਕੰਧਾਂ ਕਾਲੀਆਂ ਕੀਤੀਆਂ ਹੋਈਆਂ ਨੇ, ਮਹਾਦਾਨੀਆਂ ਦੀ ਸੂਚੀ, ਮਹਾਦਾਨੀਆਂ ਦੀ ਸੂਚੀ। ਅਤੇ ਪੜ੍ਹਦੇ ਅਸੀਂ ਹਾਂ, ਪੜ੍ਹ ਕੇ ਵਿਚਾਰਦੇ ਨਹੀਂ। ਜੇ ਪੜ੍ਹ ਕੇ ਵਿਚਾਰਿਆ ਹੁੰਦਾ ਅਸੀਂ ਕਦੇ ਵੀ ਨਾ ਲਿਖਾਉਂਦੇ, ਕੰਧਾਂ ਦੇ ਉੱਪਰ ਸਿਰਾਂ ਦੇ ਉੱਪਰ ਕਦੇ ਵੀ ਨਾ ਲਿਖਾਉਂਦੇ। ਇਸ ਗੱਲ ਨੂੰ ਅਸੀਂ ਆਪਣੇ ਪੱਲੇ ਨਾਲ ਘੁੱਟ ਕੇ ਬੱਧਾ ਨਹੀਂ, ਆਪਣੇ ਮਨ 'ਚ ਨਹੀਂ ਵਸਾਇਆ। ਗੁਰੂ ਸਾਹਿਬ ਤੇ ਕਹਿੰਦੇ ਜਿਹੜਾ ਆਪਣੇ ਆਪ ਨੂੰ ਦਾਨੀ ਸਮਝਦਾ ਉਹ ਤਾਂ ਬੜਾ ਵੱਡਾ ਮੂਰਖ ਹੈ ਰੱਬ ਦੀ ਨਿਗਾਹ ਵਿੱਚ। ਜੇ ਕੋ ਹੋਏ ਬਹੇ ਦਾਤਾਰ ਤਿਸ ਦੇਨ ਹਾਰ ਜਾਣੇਗਾ ਵਾਰ। ਜਿਹੜਾ ਆਪਣੇ ਆਪ ਨੂੰ ਬੜਾ ਦਾਨੀ ਸਮਝਦਾ ਉਹ ਤਾਂ ਰੱਬ ਦੀ ਨਿਗਾਹ ਵਿੱਚ ਬੜਾ ਵੱਡਾ ਮੂਰਖ ਹੈ। ਜਦੋਂ ਬੰਦਾ ਵਿਖਾਵੇ ਦਾ ਕਰਮ ਕੋਈ ਵੀ ਨਾ ਕਰੇ, ਬੰਦਗੀ ਕਰ ਰਿਹਾ, ਸਿਮਰਨ ਕਰ ਰਿਹਾ, ਅਤੇ ਸਾਰਾ ਕੁਝ ਕਰਕੇ ਵੀ ਪ੍ਰਮਾਤਮਾ ਅੱਗੇ ਅਰਦਾਸ ਕਰ ਰਿਹਾ ਕਿ ਮੈਂ ਦੁਰਮਤ ਵਿੱਚ ਫਸਿਆ ਪਿਆ ਵਾਂ, ਐ ਭਗਵਾਨ ਮੈਨੂੰ ਬਚਾ ਲਾ, ਮੈਂ ਬੜੇ ਯਤਨ ਕਰ ਬੈਠਾ, ਮੇਰੇ ਮਨ ਦਾ ਮਾਣ ਨਹੀਂ ਮਿਟਿਆ। ਜਦੋਂ ਇਹੋ ਜਿਹੀ ਅਰਦਾਸ ਹੋ ਜਾਵੇਗੀ ਨਾ, ਉਦੋਂ ਫਿਰ ਪਾਰ ਉਤਾਰਾ ਹੁੰਦਾ ਹੈ। ਜਿਹੜਾ ਮਾਣ ਹੁੰਦਾ ਨਾ, ਮਾਣ ਦੇ ਨਾਲ ਨਹੀਂ ਮੁੱਕਦਾ ਹੈ, ਮਾਣ ਨਾਮ ਨਾਲ ਮੁੱਕਦਾ ਹੈ। ਜਦੋਂ ਅਰਦਾਸ ਕੀਤੀ ਜਾਵੇ ਨਾ ਕਿ ਐ ਭਗਵਾਨ, ਐ ਵਾਹਿਗੁਰੂ, ਐ ਪਰਮਾਤਮਾ ਮੈਨੂੰ ਰੱਖ ਲੈ, ਫਿਰ ਸਾਰੇ ਯਤਨ ਜਿਹੜੇ ਆ ਨਾ ਫਿਰ ਬਿਰਥਾ ਹੋ ਜਾਂਦੇ ਨੇ। ਉਸ ਵੇਲੇ ਜਿਹੜੀ ਹਉਮੈ ਆ ਉਹ ਖਤਮ ਹੋ ਜਾਂਦੀ ਹੈ, ਨਿਕੰਮੀ ਹੋ ਜਾਂਦੀ ਹੈ। ਜਦੋਂ ਬੰਦਾ ਇਹ ਅਰਦਾਸ ਕਰਦਾ ਕਿ ਮੇਰੇ ਯਤਨਾਂ ਨਾਲ ਗੱਲ ਨਹੀਂ ਬਣੀ, ਪਰਮਾਤਮਾ ਤੇਰੇ ਯਤਨਾਂ ਨਾਲ ਗੱਲ ਬਣੇਗੀ। ਤੇਰਾ ਯਤਨ ਕੀ ਹੈ? ਤੂੰ ਬਖਸ਼ਿਸ਼ ਕਰ, ਰਹਿਮਤ ਕਰ, ਕਿਰਪਾ ਕਰ। ਜਦੋਂ ਪਰਮਾਤਮਾ ਬਖਸ਼ਿਸ਼ ਕਰ ਦੇਵੇ, ਕਿਰਪਾ ਕਰ ਦੇਵੇ, ਮਿਹਰ ਕਰ ਦੇਵੇ, ਉਦੋਂ ਬੰਦਾ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਂਦਾ ਹੈ। ਤਾਂ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਇਸ ਸਲੋਕ ਵਿੱਚ, ਜਿੱਥੇ ਪਿਛਲੇ ਸਲੋਕਾਂ ਵਿੱਚ ਮਾਇਆ ਦੀ ਗੱਲ ਆਈ, ਜੰਮ ਦੀ ਗੱਲ ਆਈ, ਧਨ ਦੀ ਗੱਲ ਆਈ, ਅਤੇ ਗੁਰੂ ਪਾਤਸ਼ਾਹ ਮਾਲਕ ਨੇ ਜਿੱਥੇ ਗੱਲ ਕੀਤੀ ਉਹ ਇੱਕ ਸਲੋਕ ਵਿੱਚ ਜੇ ਗੱਲ ਕੀਤੀ ਨਾਲ ਸਵਾਲ ਭਾਵ ਕੇ ਜਿਹੜਾ ਸਾਡਾ ਰੋਗ ਦੱਸਿਆ, ਨਾਲ ਦੂਸਰੀ ਪੰਗਤੀ ਵਿੱਚ ਜਵਾਬ ਵੀ ਦੱਸਿਆ, ਇਲਾਜ ਵੀ ਦੱਸਿਆ ਕਿ ਹਰੀ ਦੇ ਭਜਨ ਤੋਂ ਬਿਨਾਂ ਕੁਝ ਬਣ ਨਹੀਂ ਸਕਦਾ। ਅਤੇ ਸਤਿਗੁਰੂ ਪਾਤਸ਼ਾਹ ਮਾਲਕ ਨੇ ਇਸ 34 ਨੰਬਰ ਸਲੋਕ ਵਿੱਚ ਆਣ ਕੇ ਸਾਨੂੰ ਇਹ ਵੀ ਸੋਝੀ ਬਖਸ਼ ਦਿੱਤੀ ਕਿ ਜੇ ਕਿਤੇ ਤੂੰ ਹਰੀ ਦਾ ਭਜਨ ਕਰਦਾ ਅਤੇ ਨਿਮਰਤਾ ਰੱਖ, ਅਰਦਾਸ ਕਰੀ ਪ੍ਰਮਾਤਮਾ ਦੇ ਅੱਗੇ ਕਿ ਯਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ, ਦੁਰਮਤ ਸਿਓ ਨਾਨਕ ਫਦਿਓ, ਰਾਖ ਲਿਓ ਭਗਵਾਨ। ਕਿ ਇਹ ਪ੍ਰਮਾਤਮਾ ਮੈਂ ਤੇ ਦੁਰਮਤ ਵਿੱਚ ਫਸਿਆ ਪਿਆ, ਮੈਂ ਬੜੇ ਉਪਰਾਲੇ ਕਰਕੇ ਵੇਖ ਲਏ, ਮੇਰਾ ਮਾਣ ਖਤਮ ਨਹੀਂ ਹੋਇਆ, ਮੇਰੀ ਅਰਦਾਸ ਤੇਰੇ ਚਰਨਾਂ ਵਿੱਚ, ਮੈਨੂੰ ਬਚਾ ਲੈ। ਸਤਿਗੁਰੂ ਪਾਤਸ਼ਾਹ ਮਾਲਕ ਸਾਨੂੰ ਬੜੀ ਬਰੀਕੀ ਦੀ ਗੱਲ ਇਸ ਸਲੋਕ ਵਿੱਚ ਸਮਝਾ ਰਹੇ ਨੇ। ਸਤਿਗੁਰੂ ਪਾਤਸ਼ਾਹ ਰਹਿਮਤ ਕਰੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ ਵਿਚਾਰ ਸਾਡਿਆਂ ਹਿਰਦਿਆਂ ਵਿੱਚ ਵਸ ਜਾਵੇ, ਸਾਡਾ ਲੋਕ ਪਰਲੋਕ ਸੁਖੀ ਹੋ ਜਾਵੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਦੇ ਇਸ ਸਲੋਕ ਦੀ ਵਿਚਾਰ ਕਰਦਿਆਂ ਦਾਸ ਕੋਲੋਂ ਬੜੀਆਂ ਗਲਤੀਆਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫੀ ਦੇ ਕੇ ਅਸੀਸ ਬਖਸ਼ਿਓ। ਸਤਿਗੁਰੂ ਪਾਤਸ਼ਾਹ ਦਾਸ ਦੇ ਉੱਤੇ ਰਹਿਮਤ ਕਰਨ, ਵਿਚਾਰ ਕਰਨ ਦੀ ਜਾਚ ਆ ਜਾਵੇ, ਕਥਾ ਕਰਨ ਦੀ ਜਾਚ ਆ ਜਾਵੇ। ਉਸ ਮਾਲਕ ਦੀ ਰਹਿਮਤ ਤੋਂ ਬਿਨਾਂ ਇਹ ਕੁਝ ਪ੍ਰਾਪਤ ਨਹੀਂ ਹੋ ਸਕਦਾ। ਉਹਦੀ ਰਹਿਮਤ ਨਾਲ ਹੀ ਸਭ ਜਾਚ ਆ ਸਕਦੀ ਹੈ, ਵਧੀਆ ਤਰੀਕਾ ਆ ਸਕਦਾ ਹੈ, ਸ਼ਬਦ ਦੀ ਸਮਝ ਆ ਸਕਦੀ ਹੈ, ਸਮਝਣ ਦੀ, ਸਮਝਾਉਣ ਦੀ ਸਮਝ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਆ ਸਕਦੀ। ਮਹਾਰਾਜ ਕਿਰਪਾ ਕਰੇ,
ਮੈਂ ਆਪ ਵੀ ਸਮਝ ਸਕਾਂ, ਵਿਆਖਿਆ ਅਨੁਸਾਰ ਕਿਸੇ ਨੂੰ ਸਮਝਾਉਣਾ ਹੋਵੇ ਸਮਝਾ ਸਕਾਂ। ਇਹ ਮੇਰੇ ਲਈ ਅਰਦਾਸ ਕਰਿਓ ਸਤਿਗੁਰੂ ਪਾਤਸ਼ਾਹ ਮਾਲਕ ਦੇ ਚਰਨਾਂ ਵਿੱਚ। ਸਾਰੀਆਂ ਗਲਤੀਆਂ ਮੇਰੀਆਂ ਮਾਫ਼ ਕਰਿਓ। ਇਸ ਸ਼ਲੋਕ ਦੀ ਵਿਚਾਰ ਕਰਦਿਆਂ ਸਾਰੀਆਂ ਜਿੰਨੀਆਂ ਵੀ ਗਲਤੀਆਂ ਹੋਈਆਂ, ਸਾਰੀਆਂ ਗਲਤੀਆਂ ਭੁੱਲਾਂ ਦੀ ਮੁਆਫ਼ੀ ਦੇ ਕੇ ਪਿਆਰ ਨਾਲ ਫਤਿਹ ਦੀ ਸਾਂਝ ਕਰਿਓ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।